सत श्री अकाल, आदाब, नमस्कार। मैं ज्योति सोहता। अज की साड़ी खास पेशकश है मदर डे ते। अज तमाम मावां नूं शुभकामनावां इस मदर डे ते। कम है वक्त ये मुझको पता है, इसीलिए डर लगता है। फासले क्यों उम्र के देखो ऊपर वाला रखता है। जब जाना हो दूर अकेले मुझको भी ले जा। तू नहीं होगी तो बता, मेरी कौन करे परवाह। माँ तू नहीं होगी तो बता, मेरी कौन करे परवाह। ਤੇ ਮੈਂ ਕੁਝ ਸ਼ਬਦ ਜਿਹੜੇ ਨੇ ਬਿਆਨ ਕਰ ਰਹੀ ਹਾਂ ਮਾਂ ਤੇ। ਮਾਂ ਦਿਆਂ ਪੈਰਾਂ ਵਿੱਚ ਸਿਰ ਜਦੋਂ ਰੱਖਣਾ, ਲੱਖਾਂ ਹੀ ਫਰਿਸ਼ਤਿਆਂ ਆ ਕੇ ਮੈਨੂੰ ਤੱਕਣਾ, ਉਦੋਂ ਹੋਣਾ ਏ ਦੀਦਾਰ ਮੈਨੂੰ ਸ਼ਹਿਨशाह ਜਹਾਨ ਦਾ, ਕਿਉਂਕਿ ਮਾਂ ਮਮਤਾ ਦੀ ਮੂਰਤ ਰੂਪ ਹੈ ਖੁਦਾ ਦਾ। माँ ओ दुनिया वालियो, ओ माँ है ठंडड़ी छां ओ दुनिया वालियो, ओ माँ हुंदी है माँ ओ दुनिया वालियो। ओ माँ बिना कोई ना लाड लड़ाउंदा, रोंदा नूं ना चुप कराउंदा। मां बिना कोई ना लाड लड़ाउंदा, रोंदा नूं ना चुप कराउंदा। खोल दे टुक कां ओ दुनिया वालियो, ओ मां हुंदी ए मां ओ दुनिया वालियो। ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਪੈਂਦੀ। ਉਹ ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਹੈ ਪੈਂਦੀ। ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆ ਵਾਲਿਓ, ਉਹ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। चार चुफेरा हो मां बिना जग खुब हनेरा, सुनना दिसदा चार चुफेरा। हो कोई ना फरदा बाओ दुनिया वालियो, हो मां हुंदी ए मां ओ दुनिया वालियो। माता रब दा रूप है दूजा, ओ मां दी पूजा रब दी पूजा, माता रब दा रूप है दूजा। ओ मां है रब दा ना ओ दुनिया वालियो, ओ मां हुंदी ए मां ओ दुनिया वालियो।
ਦੀ ਮਾਂ ਮਾਰੇ ਨਾ ਕੋਈ ਹੋ ਰੱਬਾ ਦੇਵ ਕਰੇ ਅਰਜ਼ੋਈ ਬੱਚਿਆਂ ਦੀ ਮਾਂ ਮਾਰੇ ਨਾ ਕੋਈ ਹੋ ਸਿਰ ਤੋਂ ਉੱਠਦੀ ਛਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਮਾਂ ਠੰਡੜੀ ਛਾਂ ਉਹ ਦੁਨੀਆ ਵਾਲਿਓ ਮਾਂ ਸ਼ਬਦ ਦਾ ਅਰਥ ਹੈ ਮਮਤਾ ਦੀ ਮੂਰਤ। ਪਰਮਾਤਮਾ ਤੋਂ ਬਾਅਦ ਦੂਜਾ ਦਰਜਾ ਮਾਂ ਨੂੰ ਹੀ ਦਿੱਤਾ ਗਿਆ ਹੈ। ਮਾਂ ਪਰਮਾਤਮਾ ਦੀ ਇੱਕ ਬਹੁਤ ਵੱਡੀ ਦੇਣ ਹੈ ਜਿਹੜੀ ਕਿ ਉਸਨੇ ਸਾਨੂੰ ਦਿੱਤੀ ਹੈ। ਮਾਂ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਨਾਲੋਂ ਸੱਚਾ, ਸੁੱਚਾ ਤੇ ਪਵਿੱਤਰ ਮੰਨਿਆ ਗਿਆ ਹੈ। ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ, ਤੇਰੀ ਮਮਤਾ ਅਤੇ ਦੁਲਾਰ ਤੇਰਾ। ਖੁਦ ਚੱਲਦੀ ਰਹੀ ਤਤੀਆਂ ਬਾਵਾਂ, ਖੁਦ ਚੱਲਦੀ ਰਹੀ ਤਤੀਆਂ ਬਾਵਾਂ, ਮੈਨੂੰ ਕਰਕੇ ਠੰਡੜੀ ਛਾਂ। ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨਾਂ ਦਾ ਮਾਂ, ਜੋ ਖੁਸ਼ੀਆਂ ਨਾਲ ਲੈ ਆਉਂਦੀ ਏ ਤੇਰੇ ਲਈ ਮੈਂ ਔਰਤ ਹੋਵਾਂ। ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ। ਅੱਜ ਜੋ ਵੀ ਹਾਂ ਮੈਂ ਜੱਗੀ ਉੱਤੇ, ਅੱਜ ਜੋ ਵੀ ਹਾਂ ਮੈਂ ਜੱਗੀ ਉੱਤੇ, ਇੱਕ ਤੇਰੇ ਕਰਕੇ ਹਾਂ। ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨਾਂ ਦਾ ਮਾਂ। ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨਾਂ ਦਾ ਮਾਂ। ਹਰ ਜਨਮ ਦੇਣ ਨਹੀਂ ਦੇ ਸਕਦਾ ਤੇਰੇ ਅਹਿਸਾਨਾਂ ਦਾ ਮਾਂ। ਤੂੰ ਪਾਕ ਪਵਿੱਤਰ ਥਾਂ ਵਰਗੀ ਮਾਂ, ਮੇਰੀ ਮਾਂ, 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 ਮੇਰੀ ਮਾਂ। ਕਹਿੰਦੇ ਨੇ ਕਿ ਮਾਂ ਦਾ ਦਿਲ ਕਦੇ ਨਹੀਂ ਦੁਖਾਉਣਾ ਚਾਹੀਦਾ। ਜਿਹੜੇ ਮਾਂ ਦਾ ਦਿਲ ਦੁਖਾਉਂਦੇ ਨੇ ਉਹ ਜ਼ਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ ਰਹਿੰਦੇ। तेरी उंगली पकड़ के चला ममता के आंचल में पला। तेरी उंगली पकड़ के चला ममता के आंचल में पला। माँ हो मेरी माँ, मैं तेरा लाडला। माँ ओ मेरी माँ, मैं तेरा लाडला।
के तेरा साया मैं तुझको थाम लूं, उठ के रब से पहले मैं तेरा नाम लूं। बन के तेरा साया मैं तुझको थाम लूं, उठ के रब से पहले मैं तेरा नाम लूं। रखूं तुझे पलकों तले, पूजा करूं तेरी, तेरे सिवा तू ही बता क्या जिंदगी मेरी। मैं तो तेरे सपनों के रंग में ढला, तेरी उंगली पकड़ के चला, ममता के आंचल में पला। तेरी उंगली पकड़ के चला, ममता के आंचल में पला। माँ ओ मेरी माँ, मैं तेरा लाडला। माँ ओ मेरी माँ, मैं तेरा लाडला। माँ मेरी माँ, माँ मेरी माँ, माँ मेरी माँ, माँ मेरी ਮਾਂ ਇੱਕ ਇਹੋ ਜਿਹੇ ਸਕੂਲ ਦੀ ਤਰ੍ਹਾਂ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਰਹਿਣ ਸਹਿਣ ਦੇ ਤਰੀਕੇ ਸਿਖਾਉਂਦੀ ਹੈ। तू कितनी अच्छी है, तू कितनी भोली है, प्यारी प्यारी है। ओ माँ, ओ माँ,
ਅੱਖਰ ਵਿੱਚ ਲਿਖਣਾ ਚਾਹਿਆ ਜਦ ਮੈਂ ਰੱਬ ਦਾ ਨਾਂ, ਲੋੜ ਪਈ ਨਾ ਸੋਚਣ ਦੀ, ਫਿਰ ਲਿਖ ਦਿੱਤਾ ਮੈਂ ਮਾਂ। ਤੁਸੀਂ ਚਾਹੇ ਕਿੰਨੇ ਵੀ ਵੱਡੇ ਹੋ ਜਾਓ, ਜਦ ਵੀ ਇਕੱਲਾਪਨ ਮਹਿਸੂਸ ਕਰੋਗੇ ਤਾਂ ਮਾਂ ਦੀ ਯਾਦ ਜ਼ਰੂਰ ਆਵੇਗੀ। ਉਹਦੀ ਬੁੱਕਲ ਵਰਗੀ ਦੁਨੀਆ ਤੇ ਨਿੱਗੀ ਥਾਂ ਨਹੀਂ ਲੱਭਣੀ, ਉਹਦੇ ਪੱਲੇ ਵਰਗੇ ਦੁਨੀਆ ਤੇ ਸੰਗਣੀ ਛਾਂ ਨਹੀਂ ਲੱਭਣੀ। ਕਦਰ ਕਰੋ ਮਾਵਾਂ ਦੀ, ਜੇ ਕਿਧਰੇ ਖੋਈ ਮੁੜ ਮਾਂ ਨਹੀਂ ਲੱਭਣੀ। ਮਾਂ ਘਰ ਵਿੱਚ ਸਭ ਤੋਂ ਪਹਿਲਾਂ ਉੱਠ ਜਾਂਦੀ ਹੈ, ਘਰ ਦਾ ਸਾਰਾ ਕੰਮਕਾਰ ਕਰਦੀ ਹੈ, ਬੱਚਿਆਂ ਨੂੰ ਸਕੂਲ ਭੇਜਦੀ ਹੈ ਤੇ ਬਾਅਦ ਵਿੱਚ ਘਰ ਦਾ ਹੋਰ ਵੀ ਕੰਮ ਕਰਦੀ ਹੈ। ਅੱਜ ਦੇ ਸਮੇਂ ਵਿੱਚ ਔਰਤ ਮਾਂ ਦੇ ਰੂਪ ਵਿੱਚ ਘਰ ਤਾਂ ਸੰਭਾਲਦੀ ਹੈ, ਪਰ ਜੌਬ ਵੀ ਕਰਦੀ ਹੈ, ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਵੀ ਸੰਭਾਲਦੀ ਹੈ। ਮਾਂ ਦੀ ਮੈਂ ਕੀ ਸਿਫਤ ਕਰਾਂ, ਮਾਂ ਤਾਂ ਸੰਗਣੀ ਛਾਂ ਦੋਸਤੋ। ਦੁਨੀਆ ਦਾ ਹਰ ਰਿਸ਼ਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੋ। ਰੱਬ ਤੋਂ ਇਹ ਦੁਆ ਕਰਿਓ ਕਦੇ ਬੱਚਿਆਂ ਦੀ ਨਾ ਵਿਛੜੇ ਮਾਂ ਦੋਸਤੋ। ਮਾਂ ਬਿਨ ਜਗ ਵੈਰੀ ਬਣ ਜਾਵੇ ਤੇ ਜ਼ੁਲਮ ਹੋਣ ਹਰ ਥਾਂ ਦੋਸਤੋ। ਜਿਹੜਾ ਮਾਂ ਦੀ ਮਮਤਾ ਨੂੰ ਭੁੱਲ ਜਾਂਦਾ ਹੈ, ਉਹ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਭੋਗਦਾ ਹੈ। ਮੈਂ ਮਾਂ ਦੇ ਮੋਢੇ ਤੇ ਸਿਰ ਰੱਖ ਕੇ ਪੁੱਛਿਆ, ਮਾਂ ਮੈਨੂੰ ਕਦੋਂ ਤੱਕ ਮੋਢੇ ਤੇ ਸਿਰ ਰੱਖ ਕੇ ਸੌਣ ਦੇਂਗੀ? ਪਤਾ ਹੈ ਮਾਂ ਨੇ ਕੀ ਕਿਹਾ? ਮਾਂ ਨੇ ਕਿਹਾ, ਪੁੱਤ ਜਦੋਂ ਤੱਕ ਤੂੰ ਮੈਨੂੰ ਆਪਣੇ ਮੋਢਿਆਂ ਤੇ ਨਹੀਂ ਚੁੱਕ ਲੈਂਦਾ। ਲੋਕਾਂ ਦੀ ਸੋਚ ਵਿੱਚ ਪਿਆਰ ਦਾ ਮਤਲਬ ਸਿਰਫ ਇੱਕ ਕੁੜੀ ਤੇ ਮੁੰਡੇ ਨਾਲ ਪਿਆਰ ਨਾਲ ਰਹਿ ਗਿਆ ਹੈ। ਲੋਕ ਭੁੱਲਦੇ ਜਾ ਰਹੇ ਨੇ ਕਿ ਇਨਸਾਨ ਨੂੰ ਪਹਿਲਾਂ ਨਿਸਵਾਰਥ ਅਤੇ ਸੱਚਾ ਪਿਆਰ ਸਿਰਫ ਤੇ ਸਿਰਫ ਆਪਣੇ ਮਾਤਾ-ਪਿਤਾ ਤੋਂ ਹੀ ਮਿਲਿਆ ਹੈ। ਉਹ ਬਸ ਮਾਂ ਹੀ ਹੈ ਜਿਸ ਦਾ ਪਿਆਰ ਕਦੇ ਖਤਮ ਨਹੀਂ ਹੁੰਦਾ। ਮੈਨੂੰ ਦੁਨੀਆ ਵਿੱਚ ਸਭ ਤੋਂ ਕੀਮਤੀ ਮੇਰੀ ਮਾਂ ਲੱਗਦੀ ਹੈ। ਲੋਕੀ ਅਕਸਰ ਕਹਿੰਦੇ ਨੇ ਕਿ ਚੰਗੇ ਕਰਮ ਕਰਾਂਗੇ ਤਾਂ ਸਵਰਗ ਮਿਲੇਗੀ, ਪਰ ਮੈਂ ਕਹਿੰਦੀ ਹਾਂ ਕਿ ਮਾਂ-ਬਾਪ ਦੀ ਸੇਵਾ ਕਰੋ ਤਾਂ ਸਵਰਗ ਇੱਥੇ ਹੀ ਹੈ। ਜੋ ਇਨਸਾਨ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ ਤਾਂ ਦੋਸਤੋ ਉਹ ਤੁਹਾਡੀ ਕੀ ਕਰੇਗਾ? ਮੈਨੂੰ ਇੱਕ ਗੱਲ ਯਾਦ ਆਈ। ਮੈਂ ਉਸ ਵੇਲੇ ਇੰਡੀਆ ਵਿੱਚ ਸੀ, ਉੱਥੇ ਇੱਕ ਔਰਤ ਮਿਲੀ। ਉਹ ਮੈਨੂੰ ਕਹਿੰਦੀ ਕਿ ਅਸੀਂ ਜ਼ਮੀਨ ਜਾਇਦਾਦ ਦਾ ਬਟਵਾਰਾ ਤਾਂ ਕਰ ਹੀ ਲਿਆ, ਪਰ ਹੁਣ ਅਸੀਂ ਆਪਣੇ ਸੱਸ ਸਹੁਰਾ ਨੂੰ ਵੀ ਅਲੱਗ-ਅਲੱਗ ਕਰ ਦਿੱਤਾ। ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਉਹ ਕਹਿੰਦੀ ਕਿ ਮੇਰੇ ਵੱਡੇ ਜੇਠ ਦੇ ਵੱਲ ਅਸੀਂ ਆਪਣੇ ਸਹੁਰੇ ਨੂੰ ਭੇਜ ਦਿੱਤਾ ਤੇ ਮੇਰੀ ਸੱਸ ਨੂੰ ਅਸੀਂ ਰੱਖ ਲਿਆ। ਤੇ ਮੈਂ ਸੋਚਿਆ ਕਿ ਕਿਵੇਂ ਅੱਜ ਜਿਹੜੇ ਬੱਚੇ ਨੇ ਉਹਨਾਂ ਨੂੰ ਕਿੰਨਾ ਔਖਾ ਹੋ ਰਿਹਾ ਆਪਣੇ ਮਾਂ-ਬਾਪ ਦੀ ਸੇਵਾ ਕਰਨਾ। ਉਹ ਮਾਂ-ਬਾਪ ਜਿਹੜੇ ਸੋਚਦੇ ਨੇ ਕਿ ਬੁਢਾਪੇ ਵਿੱਚ ਸਾਡੇ ਬੱਚੇ ਸਾਡਾ ਸਹਾਰਾ ਬਣਨਗੇ, ਪਰ ਉਸ ਦੀ ਗੱਲ ਸੋਚ ਕੇ ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਸਨੇ ਮਾਂ-ਬਾਪ ਜੋ ਇੰਨੇ ਸਮੇਂ ਤੋਂ ਇਕੱਠੇ ਰਹਿ ਰਹੇ ਸੀ ਉਹਨਾਂ ਨੂੰ ਤਾਂ ਅਲੱਗ ਕਰ ਹੀ ਦਿੱਤਾ, ਪਰ ਉਹਨਾਂ ਦੇ ਬੱਚਿਆਂ ਤੋਂ ਵੀ ਜੋ ਉਹਨਾਂ ਦੇ ਨਾਲ ਰਹਿਣਾ ਚਾਹੁੰਦੇ ਸੀ ਉਹਨਾਂ ਦੀ ਉਹ ਵੀ ਖੁਸ਼ੀ ਖੋਹ ਲਈ। ਅੱਜ ਬਹੁਤ ਸਾਰੇ ਮਾਂ-ਬਾਪ ਨੇ, ਮਾਵਾਂ ਨੇ ਜਿਹੜੀਆਂ ਅਨਾਥ ਆਸ਼ਰਮ ਵਿੱਚ ਰਹਿ ਰਹੀਆਂ ਨੇ, ਉਹ ਸੋਚਦੇ ਨੇ ਸ਼ਾਇਦ ਸਾਡਾ ਬੱਚਾ ਅੱਜ ਮਦਰ ਡੇ ਤੇ ਤਾਂ ਸ਼ਾਇਦ ਸਾਨੂੰ ਯਾਦ ਕਰੇਗਾ। ਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਮਾਂ-ਬਾਪ ਨੂੰ ਉਹਨਾਂ ਨੂੰ ਸਹਾਰਾ ਦੇਣਾ ਚਾਹੀਦਾ ਹੈ, ਨਾ ਕਿ ਉਹਨਾਂ ਨੂੰ ਛੱਡਣਾ ਚਾਹੀਦਾ। ਦੇਖੋ ਅੱਜ ਸਾਡੀ ਉਮਰ ਵੀ ਵੱਧਦੀ ਜਾ ਰਹੀ ਹੈ ਤੇ ਸਾਡੇ ਮਾਂ-ਪਿਓ ਦੀ ਉਮਰ ਵੀ ਵੱਧਦੀ ਜਾ ਰਹੀ ਹੈ। ਬੁਢਾਪੇ ਵਿੱਚ ਮਾਂ-ਪਿਓ ਕੁਝ ਨਹੀਂ ਚਾਹੁੰਦੇ, ਉਹ ਬਸ ਆਪਣੇ ਬੱਚਿਆਂ ਦੀ ਖੁਸ਼ੀ ਚਾਹੁੰਦੇ ਨੇ ਤੇ ਬੱਚੇ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਂ-ਪਿਓ ਦੀ ਸੇਵਾ ਕਰਨ। ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਮਾਂ-ਪਿਓ ਨੂੰ ਬੋਝ ਸਮਝਦੇ ਨੇ ਤੇ ਸੋਚਦੇ ਨੇ ਕਿ ਮਾਂ-ਪਿਓ ਨੂੰ ਕਿਵੇਂ ਰੱਖਿਆ ਜਾਵੇ। ਤੇ ਇੱਕ ਹੋਰ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ। ਮੇਰੀ ਇੱਕ ਫਰੈਂਡ ਸੀ, ਉਹ ਕਹਿੰਦੀ ਕਿ 7 ਦਿਨ ਰੋਟੀ ਮੈਂ ਆਪਣੀ ਸੱਸ ਨੂੰ ਦੇਵਾਂਗੀ ਤੇ 7 ਦਿਨ ਰੋਟੀ ਮੇਰੀ ਦਰਾਣੀ ਮੇਰੀ ਸੱਸ ਨੂੰ ਦੇਵੇਗੀ। ਦੇਖੋ ਅੱਜ ਦੇ ਸਮੇਂ ਦੇ ਵਿੱਚ ਇੱਕ ਰੋਟੀ ਦੇਣੀ ਮਾਂ ਨੂੰ ਕਿੰਨਾ ਔਖਾ ਹੋ ਰਿਹਾ ਹੈ। 7-7 ਦਿਨ ਕਿੰਨੇ ਦੁੱਖ ਦੀ ਗੱਲ ਹੈ। ਮਾਂ-ਬਾਪ ਕੁਝ ਨਹੀਂ ਚਾਹੁੰਦੇ ਆਪਣੇ ਬੱਚਿਆਂ ਤੋਂ, ਉਹ ਬਸ ਆਪਣੇ ਬੱਚਿਆਂ ਲਈ ਹਰ ਵੇਲੇ ਦੁਆ ਕਰਦੇ ਨੇ, ਪਰ ਜੇਕਰ ਬੱਚੇ ਬੁਢਾਪੇ ਵਿੱਚ ਉਹਨਾਂ ਦਾ ਦਿਲ ਦੁਖਾਉਣ ਤਾਂ ਉਹਨਾਂ ਦੀ ਜ਼ਿੰਦਗੀ
ਨਰਕ ਤੋਂ ਵੀ ਬੁਰੀ ਹੋ ਜਾਂਦੀ ਹੈ। ਬਹੁਤ ਸਾਰੇ ਲੋਕਾਂ ਦੇ ਮਾਪੇ ਜਿਹੜੇ ਨੇ ਉਹ ਅਨਾਥ ਆਸ਼ਰਮ 'ਚ ਨੇ, ਬੇਸਹਾਰਾ ਨੇ, ਉਹਨਾਂ ਨੂੰ ਜ਼ਰੂਰਤ ਹੈ। ਇੱਕ ਗੱਲ ਹੋਰ ਮੈਂ ਸਾਂਝੀ ਕਰਨਾ ਚਾਹਾਂਗੀ ਕਿ ਅਨਾਥ ਆਸ਼ਰਮ ਵਿੱਚ ਇੱਕ ਔਰਤ ਮੈਨੂੰ ਮਿਲੀ ਤੇ ਉਸਦੀਆਂ ਗੱਲਾਂ ਤੋਂ ਮੈਨੂੰ ਲੱਗਦਾ ਸੀ ਕਿ ਉਹ ਆਪਣੇ ਬੱਚੇ ਦੇ ਇੰਤਜ਼ਾਰ ਵਿੱਚ ਹੈ। ਉਹ ਕਹਿੰਦੀ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਲਿਖਾਇਆ, ਪਰ ਮੇਰੇ ਬੱਚਿਆਂ ਨੇ ਮੈਨੂੰ ਅੱਜ ਅਨਾਥ ਆਸ਼ਰਮ ਵਿੱਚ ਛੱਡ ਦਿੱਤਾ, ਪਰ ਹਜੇ ਵੀ ਮੈਂ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੀ ਹਾਂ। ਦੇਖੋ ਉਸ ਮਾਂ ਦਾ ਦਿਲ ਕਿੱਡਾ ਵੱਡਾ ਹੈ ਕਿ ਉਹ ਹਜੇ ਵੀ ਆਪਣੇ ਬੱਚਿਆਂ ਦੀ ਨਿੰਦਿਆ ਨਹੀਂ ਕਰਦੀ, ਆਪਣੇ ਬੱਚਿਆਂ ਨੂੰ ਨਿੰਦਦੀ ਨਹੀਂ, ਅੱਜ ਵੀ ਉਹ ਆਪਣੇ ਬੱਚਿਆਂ ਦੀ ਤਾਰੀਫ ਹੀ ਕਰਦੀ ਹੈ। ਮਾਂ-ਬਾਪ ਨਾਲ ਬੱਚੇ ਜਿੰਨਾ ਮਰਜ਼ੀ ਬੁਰਾ ਕਰਨ, ਲੇਕਿਨ ਮਾਂ-ਬਾਪ ਦੇ ਮੂੰਹੋਂ ਆਪਣੇ ਬੱਚਿਆਂ ਲਈ ਆਸੀਸ ਨਿਕਲਦੀ ਹੈ, ਬਦ ਆਸੀਸ ਨਹੀਂ। ਸੋ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਂ-ਬਾਪ ਦੀ ਸਹਾਇਤਾ ਕਰਨ, ਉਹਨਾਂ ਦਾ ਸਹਾਰਾ ਬਣ। ਤੇ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗੀ, ਪਿੱਛੇ ਜੀ ਮੈਂ ਇੱਕ ਖਬਰ ਦੇਖੀ ਕਿ ਇੱਕ ਔਰਤ ਨੇ ਆਪਣੇ ਮਾਂ-ਬਾਪ ਨੂੰ ਘਰੋਂ ਕੱਢਤਾ ਕਿ ਕੋਵਿਡ-19 ਹੈ ਤੇ ਕਿਤੇ ਉਹਨਾਂ ਨੂੰ ਕਰੋਨਾ ਨਾ ਹੋ ਜਾਵੇ ਤੇ ਉਹਨਾਂ ਨੂੰ ਨਾ ਹੋ ਜਾਵੇ। ਤੇ ਉਹ ਵਿਚਾਰੇ ਮਾਂ-ਬਾਪ ਜਿਹੜੇ ਨੇ ਉਹ ਭਟਕ ਰਹੇ ਸੀ ਥਾਂ-ਥਾਂ ਤੇ ਕੋਵਿਡ-19 ਦੇ ਸਮੇਂ ਦੇ ਦੌਰਾਨ ਉਹਨਾਂ ਦੇ ਮਾਪਿਓ ਬਿਲਕੁਲ ਤੰਦਰੁਸਤ ਸਨ, ਉਹਨਾਂ ਨੂੰ ਕੋਈ ਵੀ ਇਹੋ ਜਿਹੀ ਬਿਮਾਰੀ ਨਹੀਂ ਲੱਗੀ ਸੀ, ਪਰ ਫਿਰ ਵੀ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ। ਇਹ ਬਹੁਤ ਮੰਦਭਾਗੀ ਗੱਲ ਹੈ। ਮਾਂ ਜਿਹੜੀ 9 ਮਹੀਨੇ ਆਪਣੇ ਬੱਚੇ ਨੂੰ ਪੇਟ ਵਿੱਚ ਰੱਖਦੀ ਹੈ, ਮਾਂ ਜਿਹੜੀ ਆਪਣੇ ਬੱਚੇ ਨੂੰ ਦੇਖਦੀ ਵੀ ਨਹੀਂ, ਪੇਟ 'ਚ ਹੀ 9 ਮਹੀਨੇ ਜਦ ਬੱਚਾ ਹੁੰਦਾ ਹੈ ਤਾਂ ਮਾਂ ਨੂੰ ਆਪਣੇ ਬੱਚੇ ਨਾਲ ਪਿਆਰ ਹੋ ਜਾਂਦਾ ਹੈ। ਦੇਖੋ ਮਾਂ ਦਾ ਦਿਲ ਕਿੱਡਾ ਵੱਡਾ, ਉਹ ਆਪਣੇ ਬੱਚੇ ਲਈ ਸੁਪਨੇ ਸਜਾਉਣੇ ਸ਼ੁਰੂ ਕਰ ਦਿੰਦੀ ਹੈ। ਉਹ ਪਹਿਲਾਂ ਤੋਂ ਹੀ ਹਰ ਸੋਚਦੀ ਹੈ ਕਿ ਮੇਰੇ ਬੱਚੇ ਲਈ ਮੈਂ ਇਹ ਕਰਾਂਗੀ, ਮੇਰਾ ਬੱਚਾ ਵੱਡਾ ਹੋਏਗਾ। ਮਾਂ ਜਿਹੜੀ ਆ ਆਪਣੇ ਬੱਚੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਉਂਦੀ ਹੈ। ਬੱਚਾ ਜਿਹੜਾ ਉਹਦੇ ਮੂੰਹੋਂ ਪਹਿਲਾ ਸ਼ਬਦ ਇਹੀ ਨਿਕਲਦਾ ਹੈ ਮਾਂ। ਪਰ ਫਿਰ ਵੀ ਜੇ ਅੱਜ ਅਸੀਂ ਆਪਣੀ ਮਾਂ-ਬਾਪ ਦੀ ਕਦਰ ਨਹੀਂ ਕਰਾਂਗੇ ਤਾਂ ਇਹ ਬਹੁਤ ਗਲਤ ਹੈ। ਮੈਂ ਇੱਕ ਕਵਿਤਾ ਪੇਸ਼ ਕਰ ਰਹੀ ਹਾਂ ਜਿਸ ਨੂੰ ਲਿਖਿਆ ਹੈ ਡਾਕਟਰ ਰਾਜਵਿੰਦਰ ਕੌਰ ਹੁੰਦਲ ਨੇ। ਸ਼ਾਇਦ ਤੁਹਾਨੂੰ ਇਹ ਕਵਿਤਾ ਬਹੁਤ ਪਸੰਦ ਆਵੇਗੀ। ਮਾਂ ਦੇ ਜਿਉਂਦਿਆਂ ਕਦੇ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਇੰਨੀ ਵੱਡੀ ਹੋ ਗਈ ਹਾਂ, ਕਿਉਂਕਿ ਮੇਰੇ ਹਰ ਕੰਮ, ਹਰ ਪ੍ਰਸ਼ਨ, ਹਰ ਤਲਬ ਦਾ ਮਾਂ ਕੋਲ ਜਵਾਬ ਸੀ। ਮੈਨੂੰ ਪਤਾ ਸੀ ਆਟੇ ਵਿੱਚ ਪਾਣੀ, ਸਾਗ ਵਿੱਚ ਲੂਣ, ਅਚਾਰ ਵਿੱਚ ਤੇਲ ਪਾਉਣਾ, ਝੱਗਿਆ ਮਾਂ ਦੀ ਅਗਵਾਈ ਮੇਰੇ ਨਾਲ ਸੀ। ਮਾਂ ਦੇ ਤੁਰ ਜਾਣ ਤੇ ਕਿੰਨੇ ਹੀ ਸਵਾਲ ਜ਼ਿਹਨ ਉਭਰਦੇ ਨੇ, ਪਰ ਉਹਨਾਂ ਦੇ ਜਵਾਬ ਅਧੂਰੇ ਨੇ ਤੇ ਹੁਣ ਉਸ ਦੀ ਅਣਹੋਂਦ ਵਿੱਚ ਹੋ ਰਿਹਾ ਹੈ। ਉਸ ਦੀ ਹੋਂਦ ਦਾ ਅਹਿਸਾਸ ਹੁਣ ਕੋਈ ਵੀ ਮੈਨੂੰ ਝਿੜਕ ਨਹੀਂ ਮਾਰਦਾ। ਜਦ ਮੇਰੇ ਕੋਲੋਂ ਰਸੋਈ ਵਿੱਚ ਕੱਚ ਦਾ ਗਿਲਾਸ ਟੁੱਟ ਜਾਂਦਾ ਹੈ ਜਾਂ ਖਾਣ ਪੀਣ ਵਿੱਚ ਕੋਈ ਵਾਧਾ ਘਾਟਾ ਹੋ ਜਾਂਦਾ ਹੈ, ਜੀ ਕਰਦਾ ਹੈ ਕੋਈ ਪੋਲੀ ਪੈਰੀ ਆ ਕੇ ਮੇਰੇ ਕੰਮਾਂ ਦੀ ਨਿਗਰਾਨੀ ਕਰੇ। ਕਿਸੇ ਕੰਮ ਵਿੱਚ ਮੇਰੀ ਨਿਪੁੰਨਤਾ ਜਾਂ ਹੋਰ, ਪਰ ਇਹ ਜਿਹਾ ਕੁਝ ਵੀ ਨਹੀਂ ਵਾਪਰਦਾ, ਕਿਉਂਕਿ ਉਹ ਅਹਿਸਾਸ ਤਾਂ ਮਾਂ ਦੇ ਤੁਰ ਜਾਣ ਤੋਂ ਬਾਅਦ ਉਭਰੇ ਨੇ। ਜਿਹਨ 'ਚ ਮਾਂ ਦੇ ਤੁਰ ਜਾਣ ਤੋਂ ਬਾਅਦ ਜਾਗ ਉੱਠਦਾ ਹੈ ਵੱਧਦੀ ਉਮਰ ਦਾ ਅਹਿਸਾਸ, ਤੇ ਇਸ ਅਹਿਸਾਸ ਤੋਂ ਤਰਬਕ ਹੋ ਕੇ ਬੁਲਾਉਂਦੀ ਹਾਂ ਆਪਣੀ ਪਿਆਰੀ ਬੇਟੀ ਨੂੰ ਰਸੋਈ ਵਿੱਚ। ਸਮਝਾਉਣਾ ਚਾਹੁੰਦੀ ਹਾਂ ਖਾਣ ਪਕਾਨ ਦੇ ਗੁਰ, ਉਹ ਗੁਰ ਜਿਹੜੇ ਮੇਰੀ ਆਪਣੀ ਮਾਂ ਤੋਂ ਸਿੱਖੇ ਸਨ। ਪਰ ਬੇਟੀ ਹੈ ਕਿ ਕੁਝ ਸਿੱਖਣ ਨੂੰ ਤਿਆਰ ਹੀ ਨਹੀਂ। ਸ਼ਾਇਦ ਉਹ ਵੀ ਜਾਣਦੀ ਹੈ ਕਿ ਉਸਦੇ ਹਰ ਕੰਮ, ਹਰ ਪ੍ਰਸ਼ਨ ਤੇ ਹਰ ਤਲਬ ਦਾ ਉਸਦੀ ਮਾਂ ਕੋਲ ਜਵਾਬ ਹੈ, ਉਸਦੀ ਮਾਂ ਕੋਲ ਜਵਾਬ ਹੈ। ਸੋ ਦੋਸਤੋ, ਮੈਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਇਹੀ ਕਹਿਣਾ ਚਾਹਾਂਗੀ ਕਿ ਮਾਂ ਦਾ ਬਹੁਤ ਵੱਡਾ ਅਹੁਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ, ਮਾਂ ਦਾ ਬਹੁਤ ਵੱਡਾ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ। ਅਕਸਰ ਕੀ ਹੁੰਦਾ ਹੈ ਕਿ ਕੁੜੀਆਂ ਦਾ ਵਿਆਹ ਹੋ ਜਾਂਦਾ ਹੈ ਤੇ ਕੁੜੀਆਂ ਉਹ ਗੱਲ ਜਿਹੜੀ ਆਪਣੀ ਸੱਸ ਨਾਲ ਸ਼ੇਅਰ ਨਹੀਂ ਕਰ ਸਕਦੀਆਂ, ਲੇਕਿਨ ਆਪਣੀ ਮਾਂ ਨਾਲ ਸ਼ੇਅਰ ਕਰ ਲੈਂਦੀਆਂ ਨੇ। ਮੈਂ ਵੀ ਆਪਣੀ ਮਾਂ ਨਾਲ ਕਦੇ ਗੁੱਸੇ ਵੀ ਹੋ ਜਾਂਦੀ ਹਾਂ, ਪਰ ਫਿਰ ਵੀ ਮਾਂ ਹੈ ਜਿਹੜੀ ਉਹ ਝਿੜਕਦੀ ਨਹੀਂ। ਲੇਕਿਨ ਜਦ ਮੈਂ ਆਪਣੀ ਸੱਸ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਮੈਂ ਸੋਚਦੀ ਹਾਂ ਕਿ ਕਿਤੇ ਮੈਂ ਇਹੋ ਜਿਹੀ ਕੋਈ ਗੱਲ ਨਾ ਕਹਿ ਦੇਵਾਂ ਜਿਹੜੀ ਮੇਰੀ ਸੱਸ ਨੂੰ ਬੁਰੀ ਲੱਗੇ।
ਪਰ ਮੈਨੂੰ ਪਤਾ ਹੈ ਕਿ ਮੈਂ ਆਪਣੀ ਮਾਂ ਨਾਲ ਹਰ ਤਰ੍ਹਾਂ ਦੀ ਗੱਲ ਕਰ ਸਕਦੀ ਹਾਂ ਬਿਨਾਂ ਕਿਸੇ ਡਰ ਤੇ, ਕਿਉਂਕਿ ਮਾਂ ਜੇ ਝਿੜਕ ਵੀ ਦੇਵੇ ਤਾਂ ਬੁਰਾ ਨਹੀਂ ਲੱਗਦਾ, ਕਿਉਂਕਿ ਮਾਂ ਨੇ ਬਚਪਨ ਤੋਂ ਸਾਨੂੰ ਪਾਲਿਆ ਪੋਸਿਆ ਵੱਡਾ ਕੀਤਾ। ਸੋ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਮਾਂ ਦੇ ਪਿਆਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ। ਸੋ ਅੱਜ ਦੀ ਇਸ ਪੇਸ਼ਕਸ਼ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।